ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ CJ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਐਵਰੀ ਥਰਸਡੇ 7 to 8 o'clock ਮੇਰੇ ਲਾਈਵ TV ਸ਼ੋ ਦੇ ਵਿੱਚ ਮੈਂ ਆਪਣੇ ਕਮਿਊਨਿਟੀ ਦੇ ਐਕਟਿਵਿਸਟ, ਪੋਲੀਟੀਸ਼ੀਅਨਸ ਜਾਂ ਆਪਣੇ ਕਮਿਊਨਿਟੀ ਵਰਕਰਸ ਜਾਂ ਡਾਕਟਰਸ ਨਾਲ ਤੁਹਾਨੂੰ ਰੂਬਰੂ ਕਰਾਉਣਾ ਆ। ਐਂਡ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਮੇਰੇ ਸ਼ੋ ਦਾ ਆਲਵੇਜ਼ ਮਕਸਦ ਇਹ ਹੁੰਦਾ ਹੈ ਕਿ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦਿੱਤੀ ਜਾ ਸਕੇ, ਬਿਕਾਜ਼ ਇਹ ਜਿਹੜਾ ਸ਼ੋਅ ਹੈਗਾ ਨਾ ਕੇਵਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ, ਬਲਕਿ ਦੁਨੀਆ ਭਰ ਦੇ ਵਿੱਚ ਇਹ ਜਾਂਦਾ ਆ। ਸੋ ਜਿੰਨੇ ਵੀ ਆਪਣੇ ਭੈਣ ਭਰਾ ਇਹਨੂੰ ਸੁਣਦੇ ਆ ਆਪਦੀ ਫੀਡਬੈਕ ਜ਼ਰੂਰ ਦਿਆ ਕਰੋ। ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਹੈਪੀ ਵਿਸਾਖੀ, ਸਿੱਖ ਦੇ ਸਰਜਣਾ ਦਿਵਸ ਦਾ ਵਧਾਈ। ਇਸ ਦੇ ਨਾਲ ਨਾਲ ਰਮਾਦਾਨ ਦੀ ਮੁਬਾਰਕਬਾਦ ਅਤੇ ਨਵਰਾਤਰੀ ਦੀ ਬੈਸਟ ਵਿਸ਼ੇਜ਼। ਸੋ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਆਪਾਂ ਇੰਨੇ ਸੋਹਣੇ ਮੁਲਕ ਦੇ ਵਿੱਚ ਬੈਠੇ ਹਾਂ ਕਿ ਜਿਹੜੀ ਡਾਇਵਰਸਿਟੀ ਹੈ ਇਹਨੂੰ ਆਪਾਂ ਸਾਰੇ ਇਕੱਠੇ ਮਿਲ ਕੇ ਸੈਲੀਬ੍ਰੇਟ ਕਰਦੇ ਹਾਂ। ਉਹ ਭਾਵੇਂ ਵਿਸਾਖੀ ਹੋਵੇ, ਦੀਵਾਲੀ ਹੋਵੇ, ਰਮਾਦਾਨ ਹੋਵੇ, ਈਦ ਹੋਵੇ, ਨਵਰਾਤਰੀ ਹੋਵੇ ਜਾਂ ਕ੍ਰਿਸਮਸ ਹੋਵੇ। ਸੋ ਇਹ ਜਿਹੜੀ ਹੈਗੀ ਹੈ ਇੰਨੀ ਵੱਡੀ ਆਪਣੀ ਕਮਿਊਨਿਟੀ ਦੀ ਸਟਰੈਂਥ ਹੈ, ਨਾ ਕੇਵਲ ਕਮਿਊਨਿਟੀ ਦੀ ਬਲਕਿ ਕੈਨੇਡਾ ਦੀ ਇਹ ਸਟਰੈਂਥ ਹੈ ਕਿ ਇੱਥੇ ਆਪਾਂ ਇਸ ਨੂੰ ਸੈਲੀਬ੍ਰੇਟ ਕਰਦੇ ਹਾਂ। ਸੋ ਲੱਖ ਲੱਖ ਵਧਾਈਆਂ। ਇਸ ਦੇ ਨਾਲ ਹੀ ਅੱਜ ਮੇਰੇ ਗੈਸਟ ਹੈਗੇ, ਦੋ ਗੈਸਟ ਹੈ। ਪਹਿਲੇ ਹਾਫ ਆਵਰ ਦੇ ਵਿੱਚ ਮੇਰੇ ਨਾਲ ਹਨ ਨੋਬਡੀ ਐਲਸ ਦੈਨ ਆਵਰ ਓਨ ਰਚਨਾ ਸਿੰਘ, ਜਿਹੜੇ ਕਿ ਪਾਰਲੀਮੈਂਟਰੀ ਸੈਕਟਰੀ ਫॉर ਐਂਟੀ ਰੇਸਿਜ਼ਮ ਇਨੀਸ਼ੀਏਟਿਵਸ। ਇਹਨਾਂ ਨੂੰ ਇਹ ਬਹੁਤ ਵੱਡਾ ਜਿਹੜਾ ਉਹਦਾ ਦਿੱਤਾ ਗਿਆ ਆ। ਐਂਡ ਰਚਨਾ ਸਿੰਘ MLA ਹੈਗੇ ਆ ਸਰੀ ਗ੍ਰੀਨ ਟਿੰਬਰਸ। ਸੋ ਇਹ 2017 ਇਲੈਕਸ਼ਨ ਦੇ ਵਿੱਚ ਇਹਨਾਂ ਦੀ ਜਿੱਤ ਹੋਈ ਸੀ ਐਜ਼ ਏ MLA। ਅਤੇ ਇਸ ਤੋਂ ਪਹਿਲਾਂ ਇਹਨਾਂ ਨੇ ਕਨਵੀਨਰ ਆਫ ਦਾ ਸਪੈਸ਼ਲ ਕਮੇਟੀ ਟੂ ਅਪੁਆਇੰਟ ਏ ਪੁਲਿਸ ਕੰਪਲੇਂਟ ਕਮਿਸ਼ਨਰ ਐਂਡ ਸਪੈਸ਼ਲ ਕਮੇਟੀ ਟੂ ਅਪੁਆਇੰਟ ਏ ਕੌਨਫਲਿਕਟ ਆਫ ਇੰਟਰਸਟ ਕਮਿਸ਼ਨਰ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰਚਨਾ ਸਿੰਘ ਕੈਨੇਡਾ ਦੇ ਵਿੱਚ 2001 ਦੇ ਵਿੱਚ ਆਏ ਸੀ। ਦੇਖੋ ਕਿੰਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹਨਾਂ ਨੇ ਆਪਦੀ ਮੇਨ ਸਟਰੀਮ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਜਗ੍ਹਾ ਬਣਾਈ ਹੈ। ਅਤੇ ਇਹਨਾਂ ਨੇ ਆਪਦੀ ਲਾਈਫ, ਜਿਵੇਂ ਆਪਾਂ ਸਾਰੇ ਇਮੀਗ੍ਰੈਂਟਸ ਆਏ ਹੈ, ਐਂਡ ਬੈਟਰ ਲਾਈਫ ਫॉर ਇਹਨਾਂ ਦੀ ਜਿਹੜੀ ਯੰਗ ਫੈਮਿਲੀ ਹੈ। ਇਸ ਤੋਂ ਇਲਾਵਾ ਪੋਲੀਟਿਕਸ ਆਉਣ ਤੋਂ ਪਹਿਲਾਂ ਇਹ ਵਰਕਡ ਐਜ਼ ਏ ਡਰੱਗ ਐਂਡ ਐਲਕੋਹਲ ਕਾਉਂਸਲਰ, ਏ ਸਪੋਰਟ ਵਰਕਰ ਫॉर ਵੂਮਨ ਫੇਸਿੰਗ ਡੋਮੈਸਟਿਕ ਵਾਇਲੈਂਸ ਐਂਡ ਏ ਕਮਿਊਨਿਟੀ ਐਕਟਿਵਿਸਟ। ਸੋ ਇਸ ਤੋਂ ਇਲਾਵਾ ਇਹਨਾਂ ਨੇ work to improve workers' rights as a representative with the Canadian Union of Public Employees. Rachana have a husband and 2 children. Rachana ji, welcome to CJ Sidhu Show. बहुत बहुत शुक्रिया भाजी, thanks for having me. ਯੂ ਵੈਰੀ ਵੈਲਕਮ। ਤੁਹਾਨੂੰ ਇੱਕ ਵਾਰੀ ਫੇਰ ਆਪਣੇ ਅਗੇਨ ਪਾਰਲੀਮੈਂਟਰੀ ਸੈਕਟਰੀ ਬਣਨ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਆਪਣੇ ਜਿਹੜਾ ਤੁਹਾਡਾ ਪੋਰਟਫੋਲੀਓ ਹੈ ਐਂਟੀ ਰੇਸਿਜ਼ਮ ਦਾ, ਉਸ ਦੇ ਬਾਰੇ ਆਪਣੇ ਜਿਹੜੇ ਵਿਊਅਰਸ ਹੈ ਉਹਨੂੰ ਥੋੜ੍ਹਾ ਜਿਹਾ ਦੱਸੋ ਵੀ ਉਹਦੇ ਵਿੱਚ ਤੁਹਾਡਾ ਕੀ ਮੈਂਡੇਟ ਹੈ ਅਤੇ ਉਸ ਦੇ ਵਿੱਚ ਕੀ ਤੁਸੀਂ ਕਰ ਰਹੇ ਹੋ। ਜੀ ਬਹੁਤ ਪਹਿਲਾਂ ਤਾਂ ਸ਼ੁਕਰੀਆ ਮੈਨੂੰ ਮੌਕਾ ਦੇਣ ਲਈ। ਤੇ ਜਿਹੜਾ ਪਹਿਲੀ ਵਾਰ ਹੋਇਆ ਇਨ ਦੀ ਗਵਰਨਮੈਂਟ ਕੀ ਹੈ ਜਿਹੜੀ ਪੋਜੀਸ਼ਨ ਵਧਾਈ ਗਈ ਹੈ ਪਾਰਲੀਮੈਂਟਰੀ ਸੈਕਟਰੀ ਦੀ ਐਂਟੀ ਰੇਸਿਜ਼ਮ ਇਨੀਸ਼ੀਏਟਿਵਸ ਦੀ। ਤੇ ਅਸੀਂ ਜਾਣਦੇ ਹਾਂ ਕਿ ਰੇਸਿਜ਼ਮ ਹਮੇਸ਼ਾ ਤੋਂ ਹੀ ਰਿਹਾ ਹੈਗਾ, ਕੈਨੇਡਾ ਦੀ ਹਿਸਟਰੀ ਦਾ ਹਿੱਸਾ ਰਿਹਾ। ਪਰ ਹੁਣ ਜਿਹੜੇ ਪਿਛਲੇ ਸਾਲਾਂ 'ਚ ਤੁਸੀਂ ਦੇਖ ਰਹੇ ਹੋ ਜਿਵੇਂ ਦੀਆਂ ਮੂਵਮੈਂਟਸ ਚੱਲੀਆਂ, ਬੇਸ਼ੱਕ ਉਹ ਬਲੈਕ ਲਾਈਵਸ ਮੈਟਰ ਮੂਵਮੈਂਟ ਸੀਗੀ ਜਾਂ ਇੰਡੀਜਨਸ ਰਾਈਟਸ ਦੀ ਮੂਵਮੈਂਟ ਸੀਗੀ ਜਾਂ ਜਿਹੜਾ ਐਂਟੀ ਏਸ਼ੀਅਨ ਹੇਟ ਕ੍ਰਾਈਮ ਸੀਗੇ ਜਿਹੜੇ COVID-19 ਦੇ ਸੰਦਰਭ ਵਿੱਚ ਸਾਡੇ ਸਾਹਮਣੇ ਨਜ਼ਰ ਆਏ ਹੈਗੇ। ਇਟ ਇਜ਼ ਇੰਪੋਰਟੈਂਟ ਕਿ ਵੀ ਨੀਡ ਟੂ ਟੈਕਲ ਦੀਸ ਇਸ਼ੂਜ਼ ਐਂਡ ਸੋ ਮੇਰਾ ਮੈਂਡੇਟ ਜਿਹੜਾ ਹੈਗਾ ਟੂ ਕ੍ਰੀਏਟ ਅ ਸੋਸਾਇਟੀ ਦੈਟ ਇਜ਼ ਮੋਰ ਇਨਕਲੂਸਿਵ, ਮੋਰ ਡਾਇਵਰਸ। ਤੇ ਮੇਰੇ ਮੈਂਡੇਟ ਦੇ ਵਿੱਚ ਮੈਨੂੰ ਜਿਹੜਾ ਕੰਮ ਸੌਂਪਿਆ ਗਿਆ ਹੈ ਪ੍ਰੀਮੀਅਰ ਹੌਰਗਨ ਵੱਲੋਂ ਉਹ ਹੈਗਾ ਐਂਟੀ ਰੇਸਿਜ਼ਮ ਲੈਜਿਸਲੇਸ਼ਨ ਲੈ ਕੇ ਆਉਣਾ, ਤੇ ਨਾਲ ਹੀ ਨਾਲ ਜਿਹੜਾ ਰੇਸ ਬੇਸਡ ਡੇਟਾ ਕਲੈਕਟ ਕਰਨਾ, ਜਿਹੜਾ ਕਿ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਚੱਲਦਾ। ਪਰ ਜਦ ਅਸੀਂ ਆਮ ਤੌਰ ਤੇ ਡੇਟਾ ਦੇਈਦਾ ਹੁੰਦਾ ਉਹਦੇ ਵਿੱਚ ਐਥਨੀਸਿਟੀ ਨਹੀਂ ਆਉਂਦੀ, ਉਹਦੇ 'ਚ ਇਹ ਨਹੀਂ ਪਤਾ ਚੱਲਦਾ ਕਿ ਬੰਦੇ ਦੀ ਐਥਨੀਸਿਟੀ ਕੀ ਹੈ, ਕਿ ਉਹ ਬਲੈਕ ਹੈਗਾ, ਉਹ ਇੰਡੀਜਨਸ ਹੈ ਜਾਂ ਉਹ ਰੇਸ਼ਲਾਈਜ਼ਡ ਬੰਦਾ ਹੈਗਾ। ਉਹ ਡੇਟੇ ਦੀ ਕਈ ਵਾਰ ਘਾਟ ਮਹਿਸੂਸ ਕਰਦੇ ਆ ਕਿਉਂਕਿ ਜੇ ਉਹ ਡੇਟਾ ਹੀ ਨਹੀਂ ਹੋਗਾ ਅਸੀਂ we cannot put in the resources, we cannot put the policy work to help those vulnerable populations. So ਇਹ ਦੋ ਮੇਰੇ ਮੈਂਡੇਟਸ ਹੈਗੇ ਹੈ, but there are other things that we are doing ਜਿਹੜੇ ਆਪਾਂ ਅਗਲੇ ਹਿੱਸੇ ਵਿੱਚ ਆਪਾਂ we can talk more about it.
हाँ जी, एंड ये बहुत ज़्यादा इंपॉर्टेंट है। जिस तरह तुसी किहा है कि रेसिज्म ਜਦੋਂ ਤੋਂ ਅਮਰੀਕਾ ਦੇ ਵਿੱਚ ਆਪਣੇ ਮਿਸਟਰ ਟਰੰਪ ਦੇ ਅੰਡਰ ਇਹ ਕਾਫੀ ਇਹਨੇ ਸਿਰ ਚੱਕਿਆ ਸੀ ਆਪਦਾ, ਐਂਡ ਉਹਦੀ ਜਿਹੜੀ ਹਾਈਟ ਸੀਗੀ ਰੇਸਿਜ਼ਮ ਦੀ ਔਨ ਜਨਵਰੀ 6 ਜਦੋਂ ਕਿ ਕੈਪੀਟਲ ਹਿੱਲ ਤੇ ਜਿੱਥੇ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨ ਵਾਲੇ ਬੰਦੇ ਬੈਠਦੇ ਆ, ਉਸ ਤੇ ਜਦੋਂ ਅਟੈਕ ਹੋਇਆ ਤੇ ਬੜਾ ਹੀ ਕਾਨੂੰਨਾ ਜਿਹਦੇ ਵਿੱਚ ਪੁਲਿਸ ਆਫੀਸਰ ਦੀ ਡੈਥ ਵੀ ਹੋਈ। ਸੋ ਇਹ ਜਿਹੜਾ ਰੇਸਿਜ਼ਮ ਦਾ ਨੰਗਾ ਜਿਹੜਾ ਡਾਂਸ ਅਮਰੀਕਾ ਦੇ ਵਿੱਚ ਹੋਇਆ, ਉਹਦੇ ਰਿਪਲ ਇਫੈਕਟਸ ਜਿਹੜੇ ਹੈਗੇ ਆ, ਐਂਡ ਉਸ ਦੇ ਨਾਲ ਨਾਲ ਰਚਨਾ ਜੀ ਆਪਣੇ ਤੁਹਾਨੂੰ ਪਤਾ ਹੈ ਕਿ ਜਿਹੜੇ ਏਸ਼ੀਅਨ ਖਾਸ ਕਰਕੇ ਚਾਈਨੀਜ਼ ਡਿਸੈਂਟ ਦੇ ਪੀਪਲ ਹੈ, ਉਹਨਾਂ ਦੇ ਬਾਰੇ ਜਿਹੜੀ ਰੇਸਿਜ਼ਮ ਬਹੁਤ ਵਧੀ। ਉੱਥੇ ਵੀ ਰੇਸਿਜ਼ਮ ਅਟੈਕਸ ਹੋਏ, ਉੱਥੇ ਵੀ ਉਹਨਾਂ ਨੇ ਮੁਜ਼ਾਹਰੇ ਕੀਤੇ ਤੇ ਉਹਦਾ ਇੰਪੈਕਟ ਸਿੱਧਾ ਕੈਨੇਡਾ ਤੇ ਪੈਂਦਾ। ਇੱਥੇ ਵੀ ਉਹਦੇ ਨੰਬਰ ਬਹੁਤ ਵਧੇ ਆਪਣੇ ਕੈਨੇਡਾ ਦੇ ਵਿੱਚ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਬਿਕਾਜ਼ ਵੀ ਹੈਵ ਅ ਲਾਰਜ ਪਾਪੂਲੇਸ਼ਨ। ਉਸ ਦੇ ਬਾਰੇ ਤੁਹਾਡੇ ਕੋਲ ਕੋਈ ਸਟੈਟਸ ਹੈਗੇ ਜਾਂ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ? ਜੀ ਬਿਲਕੁਲ ਹੀ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਜਦ ਵੀ ਕੋਈ ਕ੍ਰਾਈਸਿਸ ਹੁੰਦਾ ਹੈਗਾ ਤੇ ਜਿਹੜੀਆਂ ਮਾਈਨੋਰਿਟੀਜ਼ ਹੈ, ਉਹ ਹਮੇਸ਼ਾ ਹੀ ਉਹਨਾਂ ਤੇ ਜਿਹੜਾ ਨਸਲਵਾਦ ਹੈ ਸੀ ਉਹਦਾ ਨੰਗਾ ਚਿੱਟਾ ਰੂਪ ਅਸੀਂ ਨਜ਼ਰ ਆਉਂਦਾ ਸਾਨੂੰ। 9/11 ਜਦੋਂ ਹੋਇਆ ਸੀਗਾ, ਜੇ ਤੁਹਾਨੂੰ ਯਾਦ ਹੋਵੇ, ਤੇ ਮੁਸਲਮਾਨ ਜਿਹੜੀ ਕਮਿਊਨਿਟੀ ਹੈਗੇ ਇਸਲਾਮੋਫੋਬੀਆ ਦੇ ਵਿੱਚ ਵਾਧਾ, ਇਟ ਬਿਕੇਮ ਅ ਗਲੋਬਲ ਟ੍ਰੈਂਡ। ਤੇ ਹੁਣ ਜਿਹੜੇ ਜਦ ਅਸੀਂ COVID-19 ਵਰਗੀ ਇੰਨੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਾਂ ਜਿਹਦਾ ਕਿਸੇ ਤੇ ਵੀ ਵਸ ਨਹੀਂ ਗਾ, ਜਿਹਦਾ ਮਤਲਬ ਕਿ ਨਾ ਹੀ ਕੋਈ nobody is responsible for COVID, ਪਰ ਕਿਸੇ ਨਾ ਕਿਤੇ ਜਿਹੜੇ ਆਪਣੇ ਚਾਈਨੀਜ਼ ਕੈਨੇਡੀਅਨ ਜਾਂ ਚਾਈਨੀਜ਼ ਜਿਹੜੀ ਪੋਪੂਲੇਸ਼ਨ ਹੈ ਉਹਨਾਂ ਨੂੰ ਰਿਸਪੌਂਸਿਬਲ ਮੰਨਿਆ ਗਿਆ। ਔਰ ਜਿਵੇਂ ਦੀ ਰੈਟੋਰਿਕ ਦਿੱਤੀ ਗਈ, ਜਿਵੇਂ ਇਹਨੂੰ ਚਾਈਨਾ ਵਾਇਰਸ ਕਰਕੇ ਕਿਹਾ ਜਾਣਾ, ਤੁਸੀਂ ਕੀਤੀ ਹੈ ਸਾਊਥ ਆਫ ਦਾ ਬਾਰਡਰ ਦੀ ਗੱਲ, ਤੇ ਉੱਥੋਂ ਜਿਹੜੇ ਪਹਿਲੇ ਜਿਹੜੇ ਉਹਨਾਂ ਦੇ ਪ੍ਰਧਾਨ ਜਿਹੜੇ ਸੀਗੇ, ਉਹ he would always say, the president would always say China virus, he won't say COVID-19. So these things, the words really do matter and it is important to condemn it. And ਅਸੀਂ ਉਹ ਕੈਨੇਡਾ ਇਜ਼ ਨਾਟ ਇਮਿਊਨ ਟੂ ਰੇਸਿਜ਼ਮ। ਅਸੀਂ ਬਹੁਤ ਵਾਰ ਕਹਿੰਦੇ ਕਿ ਸਾਊਥ ਆਫ ਬਾਰਡਰ ਵਿੱਚ ਚੀਜ਼ਾਂ ਹੋ ਰਹੀਆਂ ਹੈਗੀਆਂ, ਪਰ ਕੈਨੇਡਾ ਦੀ ਆਪਣੀ ਬਹੁਤ ਜ਼ਿਆਦਾ ਹਿਸਟਰੀ ਰਹੀ ਹੈ। ਬੇਸ਼ੱਕ ਤੁਸੀਂ ਉਹ ਚਾਈਨੀਜ਼ ਹੈਡ ਟੈਕਸ ਵਜੋਂ ਦੇਖੋ, ਕਾਮਾਗਾਟਾ ਮਾਰੂ ਦੇਖੋ, ਜੈਪਨੀਜ਼ ਇੰਟਰਨਮੈਂਟ ਦੇਖੋ, ਜੇ ਸਾਡੀ ਹਿਸਟਰੀ ਵਿੱਚ ਜੋ ਹੋਇਆ ਐਂਡ ਜੋ ਇੰਡੀਜੀਨਸ ਪੋਪੂਲੇਸ਼ਨਸ ਨਾਲ ਹੋ ਰਿਹਾ ਕਿੰਨੀ ਜਨਰੇਸ਼ਨਸ ਤੋਂ, that is a fact. Lot of times ਜਦ ਅਸੀਂ ਆਪਣੀ ਆਮ ਜ਼ਿੰਦਗੀ ਵਿੱਚ ਅਸੀਂ ਰੇਸਿਜ਼ਮ ਦੀ ਗੱਲ ਨਹੀਂ ਕਰਦੇ ਕਿਉਂਕਿ it's a very uncomfortable topic, but COVID-19 has brought these things to the forefront. ਔਰ ਜਿਹੜਾ ਤੁਸੀਂ ਏਸ਼ੀਅਨ ਹੇਟ ਕ੍ਰਾਈਮਸ ਦੀ ਗੱਲ ਕੀਤੀ ਹੈ, ਪਿਛਲੇ 1 ਸਾਲ ਦੇ ਵਿੱਚ 700% ਇਨਕਰੀਜ਼ ਹੋਣਾ ਉਹਦੇ ਵਿੱਚ ਜਿਹੜਾ VPD ਵੈਨਕੂਵਰ ਪੁਲਿਸ ਡਿਪਾਰਟਮੈਂਟ ਸਾਨੂੰ ਇਹ ਆંકੜੇ ਦੇ ਰਿਹਾ। ਔਰ ਕਿੰਨੇ ਲੋਕੀ ਹੈ ਜਿਹੜੇ ਰਿਪੋਰਟ ਵੀ ਨਹੀਂ ਕਰਦੇ, ਸੋ lot of the cases are unreported. ਇਹ ਅਸਲੀ ਆંકੜੇ ਨਹੀਂ ਹੈਗੇ, ਇਹ ਵਾਲੇ ਆંકੜੇ ਇਸ ਤੋਂ ਵੀ ਕਿਤੇ ਵੱਧ ਹੋਣਗੇ। ਸੋ ਇਟ ਇਜ਼ ਇੰਪੋਰਟੈਂਟ ਫॉर ਅਸ ਟੂ ਸਟੈਂਡ ਅਪ ਅਗੇਂਸਟ ਰੇਸਿਜ਼ਮ। ਸਰੀਏ ਸਰਕਾਰ ਹੈ ਜਿਹੜੀ, ਮੈਂ ਪਹਿਲਾਂ ਵੀ ਕਿਹਾ, ਮੇਰੀ ਨਿਯੁਕਤੀ ਹੋਣੀ ਐਜ਼ ਅ ਪਾਰਲੀਮੈਂਟਰੀ ਸੈਕਟਰੀ ਫॉर ਐਂਟੀ ਰੇਸਿਜ਼ਮ ਇਨੀਸ਼ੀਏਟਿਵਸ ਇਜ਼ one step. To create the policy is also very important, but as a society we cannot just be bystander. We need to speak up against racism ਜੇ ਸਾਨੂੰ ਕੋਈ ਵੀ ਘਟਨਾ ਨਜ਼ਰ ਆ ਰਹੀ। ਸੋ ਸਾਡੀ ਗੱਲ ਚੱਲ ਰਹੀ ਹੈ ਰਚਨਾ ਸਿੰਘ ਜਿਹੜੇ ਕਿ MLA ਹਨ ਸਰੀ ਗ੍ਰੀਨ ਟਿੰਬਰਸ ਤੋਂ। ਸਾਡੀਆਂ ਫੋਨ ਲਾਈਨਸ ਓਪਨ ਹੈ, ਜੇ ਤੁਸੀਂ ਉਹਨਾਂ ਤੋਂ ਕੋਈ ਕੁਐਸਚਨ ਪੁੱਛਣਾ ਚਾਹੋ ਤੁਸੀਂ ਡਾਇਰੈਕਟਲੀ ਸਾਡੇ ਨੰਬਰ ਸਕਰੀਨ ਤੇ ਚੱਲ ਰਹੇ ਹੈ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਡਾਇਰੈਕਟਲੀ। ਐਂਡ ਯੂਅਰ ਰਚਨਾ ਸਿੰਘ, ਤੁਸੀਂ 100% ਰਾਈਟ ਹੈ ਕਿ ਜਿਹੜੀ ਇਨਕਰੀਜ਼ 700% ਇਜ਼ ਕੁਆਇਟ ਅ ਬਿਟ ਬੜੀ ਹਾਈ ਨੰਬਰ। ਐਂਡ ਜਿਵੇਂ ਤੁਸੀਂ ਕਿਹਾ ਕਿ ਦੈਟਸ ਅ ਰਿਪੋਰਟਡ ਕੇਸਿਸ, ਕੈਨ ਯੂ ਇਮੈਜਿਨ ਜਿਹੜੇ ਆਪਣੇ ਰਿਪੋਰਟ ਨਹੀਂ ਹੋ ਰਹੇ। ਸੋ ਆਪਣੇ ਇਹਦਾ ਤੁਸੀਂ ਜਾਂ ਤੁਹਾਡੀ ਮਿਨਿਸਟਰੀ ਜਦੋਂ ਗੱਲਬਾਤ ਚੱਲਦੀ ਹੈ, ਇਹਦਾ ਸੋਲੂਸ਼ਨ ਕੀ ਹੈ ਤੇ ਕੀ ਆਪਾਂ ਗੌਰਮੈਂਟ ਦੇ ਪੱਧਰ ਤੇ, ਪੁਲਿਸਿੰਗ ਦੇ ਪੱਧਰ ਤੇ, ਕਮਿਊਨਿਟੀ ਦੇ ਪੱਧਰ ਤੇ ਆਪਾਂ ਕੀ ਕੰਮ ਕਰ ਸਕਦੇ ਹਾਂ ਐਜ਼ ਟੂਗੈਦਰ ਟੂ ਮਤਲਬ ਜਿਹੜੀ ਇਹ ਬਿਮਾਰੀ ਹੈ ਇਹਦੇ ਨਾਲ ਆਪਾਂ ਲੜ ਸਕੀਏ? ਬਿਲਕੁਲ ਜੀ। ਔਰ ਰੇਸਿਜ਼ਮ ਜਾਂ ਜਦ ਵੀ ਅਸੀਂ ਹੇਟ ਦੀ ਗੱਲ ਕਰਦੇ ਹਾਂ, ਇਹਦੇ ਨਾਲ ਕੋਈ ਮੈਜਿਕ ਪਿਲ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਦੇ ਦਈਏ ਤੇ ਰੇਸਿਜ਼ਮ ਇੱਕਦਮ ਚਲਾ ਜਾਏਗਾ। ਵੀ ਵਾਂਟ ਅ ਸੁਸਾਇਟੀ ਜਿਹਦੇ ਵਿੱਚ ਹਰ ਬੰਦੇ ਨੂੰ ਉਹ ਰਿਸਪੈਕਟ ਮਿਲੇ ਜਿਹਦਾ ਉਹ ਹੱਕਦਾਰ ਹੈਗਾ। ਅਸੀਂ ਉਹੀ ਸੁਸਾਇਟੀ ਨੂੰ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਔਰ ਕੈਨੇਡਾ ਦਾ ਜਿਹੜਾ ਮੁਲਕ ਹੈ, ਜਿਹਨੂੰ ਅਸੀਂ ਬਹੁਤ ਹੀ ਮਲਟੀਕਲਚਰਲ ਮੁਲਕ ਕਹਿੰਦੇ ਆ, ਬਹੁਤ ਸਾਡੇ ਵਰਗੇ ਲੋਕਾਂ ਨੇ ਜਿਹੜੇ ਅਸੀਂ ਰੰਗਦਾਰ ਲੋਕੀ ਹੈਗੇ ਆ, ਅਸੀਂ ਬਹੁਤ ਕੁਝ ਅਚੀਵ ਵੀ ਕੀਤਾ ਹੈਗਾ। ਪਰ ਜਿਹੜਾ ਸਿਸਟੈਮਿਕ ਰੇਸਿਜ਼ਮ ਹੈ, ਜਿਹੜਾ ਕਿ ਇੱਕ ਸਿਸਟਮ ਦੇ ਵਿੱਚ ਵੜਿਆ ਹੋਇਆ ਹੈਗਾ, ਉਹਨੂੰ ਕੁਐਸਚਨ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਉਹਦੇ ਤੇ ਕੰਮ ਕਰਨ ਦੀ, ਵਿਚ ਇਜ਼ ਅ ਡੀਪਰ ਇਸ਼ੂ, ਉਹਦੇ ਤੇ ਕੰਮ ਕਰਨ ਦੀ ਲੋੜ ਹੈ।
ਉਹਦੇ ਸੰਦਰਭ 'ਚ ਮੈਂ ਕਿਹਾ ਕਿ ਜਿਹੜਾ ਅਸੀਂ ਐਂਟੀ ਰੇਸਿਜ਼ਮ ਲੈਜਿਸਲੇਸ਼ਨ ਲੈ ਕੇ ਆ ਰਹੇ ਹੈਗੇ ਆ, ਜਿਹਨੂੰ ਅਜੇ 2 ਤੋਂ 3 ਸਾਲ ਲੱਗ ਜਾਣਗੇ, ਕਿਉਂਕਿ ਵੀ ਹੈਵ ਟੂ ਡੂ ਦ ਬ੍ਰੌਡਰ ਕੰਸਲਟੇਸ਼ਨਸ ਵਿਦ ਦ ਕਮਿਊਨਿਟੀ ਟੂ ਗੈਟ ਦੈਟ ਡਨ। ਪਰ ਨਾਲ ਹੀ ਨਾਲ ਜਿਹੜੀਆਂ ਚੀਜ਼ਾਂ ਅੱਜ ਦੀ ਲੋੜ ਹੈਗੀ ਆ, ਅਸੀਂ ਉਹਦੇ ਤੇ ਵੀ ਕੰਮ ਕਰ ਰਹੇ ਹਾਂ। ਰੈਜ਼ੀਲੀਅੰਸ BC ਨੈਟਵਰਕ ਹੈਗਾ CJ ਭਾਜੀ, ਜਿਹੜਾ ਕਿ ਸਾਡਾ ਐਂਟੀ ਰੇਸਿਜ਼ਮ ਨੈਟਵਰਕ ਹੈ, ਜਿਹਦੇ 50 ਸਪੋਕਸ ਹੈ, 50 ਆਰਗੇਨਾਈਜੇਸ਼ਨਸ ਹੈ ਆਲ ਅਕ੍ਰੋਸ BC, ਜਿਹੜਾ ਕਿ ਫਰੰਟ ਲਾਈਨ ਤੇ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿਹੜੇ ਕਿ ਰੇਸਿਜ਼ਮ ਜਾਂ ਹੇਟ ਦੇ ਸ਼ਿਕਾਰ ਹੁੰਦੇ ਆ। ਹੁਣੇ ਰੀਸੈਂਟਲੀ ਪਿਛਲੇ ਹਫਤੇ ਹੀ ਅਸੀਂ 192 ਆਰਗੇਨਾਈਜੇਸ਼ਨਸ ਨੂੰ ਮਲਟੀਕਲਚਰਲਿਜ਼ਮ ਗ੍ਰਾਂਟਸ ਵੀ ਦਿੱਤੀਆਂ, ਜਿਹੜੀਆਂ ਰੇਂਜ ਕਰ ਰਹੀਆਂ ਸੀ 5000 ਤੋਂ 10000 ਦੀ ਰੇਂਜ ਵਿੱਚ। ਸਰੀ ਵਿੱਚ ਵੀ ਮਿਲੀਆਂ, ਡੈਲਟਾ ਵਿੱਚ ਤੇ ਆਲ ਅਕ੍ਰੋਸ BC ਵਿੱਚ 192 ਆਰਗੇਨਾਈਜੇਸ਼ਨਸ ਨੂੰ ਦਿੱਤੀਆਂ ਗਈਆਂ ਕਿ ਉਹ ਐਜੂਕੇਸ਼ਨਲ ਪ੍ਰੋਗਰਾਮਸ ਲੈ ਕੇ ਆਉਣ, ਐਵੇਂ ਦੇ ਡਿਫਰੈਂਟ ਪ੍ਰੋਗਰਾਮਸ ਲੈ ਕੇ ਆਉਣ ਕਿ ਜਿਹਦਾ ਨਾਲ ਲੋਕਾਂ ਨੂੰ ਜਾਣਕਾਰੀ ਮਿਲੇ ਅਬਾਊਟ ਦ ਰੇਸਿਜ਼ਮ and also how to fight racism and it is important, ਜਿਵੇਂ ਮੈਂ ਕਿਹਾ ਕਿ ਅਸੀਂ ਸਾਰਿਆਂ ਦੀ ਸਾਨੂੰ ਕੰਟਰੀਬਿਊਸ਼ਨ ਚਾਹੀਦੀ ਹੈ। ਸਰਕਾਰਾਂ ਆਪਣਾ ਯੋਗਦਾਨ ਪਾ ਰਹੀਆਂ, ਪਰ as a society we need to be very vigilant about racism and we need to stand up against it। ਐਂਡ ਇਸ ਦੇ ਨਾਲ ਰਚਨਾ ਜੀ ਆਲਵੇਜ਼ ਜਦੋਂ ਆਪਾਂ ਰੇਸਿਜ਼ਮ ਦੀ ਗੱਲ ਕਰਦੇ ਹਾਂ ਤੇ ਇਹਦੇ ਨਾਲ ਸਿਸਟੈਮਿਕ ਜਿਹੜਾ ਰੇਸਿਜ਼ਮ ਹੈ, ਜਿਹੜਾ ਕਿ ਆਪਾਂ ਨੂੰ ਉੱਪਰ ਨਹੀਂ ਦਿਖਦਾ ਬਟ ਇਟਸ ਇੰਬੈਡਡ ਐਂਡ ਇੰਨਾ ਡੀਪ ਹੈਗਾ ਆ ਕਿ ਜਿਹੜਾ ਆਪਣੇ ਭਾਵੇਂ ਰੰਗਦਾਰ ਲੋਕ ਹੋਣ ਜਾਂ ਤੁਹਾਡਾ ਸੈਕਸੁਅਲ ਓਰੀਐਂਟੇਸ਼ਨ ਹੋਵੇ, ਤੁਸੀਂ ਆਪਣੇ ਈਵਨ ਮੇਲ ਐਂਡ ਫੀਮੇਲ in certain societies and basically not treating equally as human beings. So that's a pretty dramatic. What are your take on the systemic racism? Absolutely ਜੀ, ਔਰ ਜਿਹੜਾ ਸਿਸਟੈਮਿਕ ਰੇਸਿਜ਼ਮ ਹੈਗਾ ਉਹ ਸਭ ਤੋਂ ਹੀ ਜ਼ਿਆਦਾ ਡਿਫਿਕਲਟ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਕਿਵੇਂ ਦਾ ਰੇਸਿਜ਼ਮ ਹੰਡਾਇਆ, ਸਾਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਸੀਗੀ। ਪਹਿਲਾਂ ਕਾਮਾਕਾਟਾ ਮਾਰੂ ਦਾ ਅਸੀਂ ਦੇਖਿਆ ਹੈਗਾ ਐਗਜ਼ਾਮਪਲ ਕਿ ਸਾਡੇ ਲੋਕਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਸੀਗਾ। We fought that then we did not have the right to vote। 40 ਸਾਲ ਲੱਗੇ ਸਾਨੂੰ ਉਹ ਵੋਟ ਲੈਣ ਦਾ ਹੱਕ ਵਾਪਸ ਲੈਣ। ਉਹ ਵੀ ਰੇਸਿਜ਼ਮ ਸੀਗਾ। ਇੱਕ ਉਹ ਵੀ ਸੀਗਾ ਜਦ ਇੱਕ ਟਾਈਮ ਤੇ ਅਸੀਂ ਜਦ ਆਪਣੇ ਕੱਪੜੇ ਪਾ ਕੇ ਜਾਂ ਆਪਣੀ ਬੋਲੀ ਨਹੀਂ ਬੋਲ ਸਕਦੇ ਸੀਗੇ, ਸਿੱਧਾ ਲੋਕੀ ਕੋਈ ਵੀ ਆ ਕੇ ਤੁਹਾਨੂੰ ਕੁਝ ਵੀ ਕਹਿ ਦਿੰਦਾ ਸੀ, ਗਾਲਾਂ ਕੱਢਦਾ ਸੀਗਾ। Right now we don't have that and not in most of the circumstances, especially ਜੇ ਅਸੀਂ ਸਰੀ ਵਰਗੇ ਜਾਂ ਲੋਅਰ ਮੇਨਲਾਈਨ ਦੇ ਇਲਾਕੇ ਵਿੱਚ ਰਹਿ ਰਹੇ ਹਾਂ, nobody would do that। ਪਰ ਜਿਹੜਾ ਸਿਸਟਮ ਵਿੱਚ ਹੈਗਾ, ਸਿਸਟਮ ਵਿੱਚ ਕੀ ਤੁਸੀਂ ਨੌਕਰੀਆਂ ਦੀ ਜੇ ਗੱਲ ਕਰਕੇ ਦੇਖੋ, ਜੇ ਤੁਸੀਂ ਵੱਡੇ ਅਦਾਰਿਆਂ 'ਚ ਦੀ ਗੱਲ ਕਰੋ, ਗੁੱਡ ਜੌਬਸ, ਵੈਲ ਪੇਡ ਜੌਬਸ ਕਹੋ, ਉਹ ਅਜੇ ਵੀ ਔਰ ਸਪੈਸ਼ਲੀ ਜਿਹੜੀਆਂ ਅੱਛੀਆਂ ਮੈਨੇਜਰੀਅਲ ਜੌਬਸ ਨੇ। ਇੱਕ ਮਿੰਟ ਰਚਨਾ ਜੀ, ਆਪਾਂ ਨੂੰ ਕਾਲਰ ਹੈਗੇ ਲਾਈਨ ਤੇ, ਸੌਰੀ ਟੂ ਇੰਟਰਪਟ ਯੂ। ਆਪਣੇ ਹਾਂਜੀ ਕਾਲਰ, ਤੁਸੀਂ ਲਾਈਨ ਤੇ ਹੋ। ਹੈਲੋ ਕਾਲਰ, ਯੂ ਆਰ ਔਨ ਲਾਈਨ। ਓ ਐਨੀਵੇਜ਼ ਸੌਰੀ, ਗੋ ਹੈਡ। ਜਿਹੜੀਆਂ ਤੁਸੀਂ ਜੌਬਸ ਦੀ ਗੱਲ ਕਰ ਰਹੇ ਸੀ, ਵੈਲ ਪੇਡ ਜੌਬਸ ਦੀ ਗੱਲ ਕਰ ਰਹੇ ਸੀ, ਜਿਹੜੀਆਂ ਵੈਲ ਪੇਡ ਜੌਬਸ, ਗੁੱਡ ਕੁਆਲਿਟੀ ਜੌਬਸ ਉਹ ਨਹੀਂ ਮਿਲਦੀਆਂ ਹੈਗੀਆਂ। ਅਜੇ ਵੀ ਤੁਸੀਂ ਦੇਖੋਗੇ ਕਿ ਯੂ ਲੁੱਕ ਐਟ ਦ ਬੋਰਡ ਆਫ ਡਾਇਰੈਕਟਰਸ ਆਫ ਮੈਨੀ ਆਰਗੇਨਾਈਜੇਸ਼ਨਸ ਐਂਡ ਦੇ ਵੁੱਡ ਬੀ ਵਾਈ ਇਜ਼ ਇਟ? ਇਟ ਇਜ਼ ਨਾਟ ਕਿ ਉਹ ਤੁਹਾਨੂੰ ਕੋਈ ਗਾਲਾਂ ਕੱਢ ਰਹੇ ਸੀਗੇ ਜਾਂ ਤੁਹਾਨੂੰ ਕੁਝ ਨਸਲੀ ਕੋਈ ਟਿੱਪਣੀ ਕਰ ਰਹੇ ਸੀਗੇ, but somehow there were barriers for you to get the job. So those are systemic racism and system ਨੇ ਐਵੇਂ ਬਣਾਇਆ ਹੋਇਆ ਕਿ lot of times ਜਿਹੜੇ ਗੋਰੇ ਲੋਕੀ ਹੈਗੇ ਆ ਉਹ ਜ਼ਿਆਦਾ privileged ਹੈਗੇ, ਉਹਨਾਂ ਨੂੰ ਉਹ ਚੀਜ਼ਾਂ ਬਹੁਤ ਆਸਾਨੀ ਨਾਲ ਮਿਲਦੀਆਂ ਜਿਹੜੀਆਂ ਕਿ ਰੇਸ਼ੀਅਲਾਈਜ਼ ਲੋਕਾਂ ਨੂੰ ਜਾਂ ਇੰਡੀਜਨਸ ਲੋਕਾਂ ਨੂੰ, ਬਲੈਕ ਲੋਕਾਂ ਨੂੰ ਨਹੀਂ ਮਿਲਦੀਆਂ ਹੈ। You look at the homelessness count, ਜ਼ਿਆਦਾ ਲੋਕੀ ਕਿਹੜੇ ਹੋਮਲੈਸ ਹੋਣਗੇ ਜਿਹੜੇ ਕਿ ਕਿਤੇ ਨਾ ਕਿਤੇ ਮਾਰਜਨਲਾਈਜ਼ਡ ਹੈਗੇ, ਬੇਸ਼ੱਕ ਉਹ ਸਿਆਹ ਨਸਲ ਦੇ ਹੈ ਜਾਂ ਇੰਡੀਜਨਸ ਹੈ ਜਾਂ how come a system is failing them? That is a very difficult question, ਔਰ ਉਹਦੇ ਤੇ ਉਹਦਾ ਮਾਪਦੰਡ ਕਰਨਾ ਵੀ ਥੋੜਾ ਔਖਾ ਹੋ ਜਾਂਦਾ ਹੈ, ਉਹਨੂੰ ਕੁਰੇਦਣਾ ਵੀ ਔਖਾ ਹੋ ਜਾਂਦਾ ਹੈ, and that's what we are fighting। ਐਂਡ ਉਹਦੇ ਲਈ ਅਸੀਂ ਐਵੇਂ ਦੀ ਸੁਸਾਇਟੀ ਬਣਾਉਣਾ ਚਾਹੁੰਦੇ ਕਿ ਉਹ ਸਿਸਟੈਮਿਕ ਰੇਸਿਜ਼ਮ ਨੂੰ, ਉਹਦੇ ਜਿਹੜੇ ਬੈਰੀਅਰਸ ਹੈ ਉਹਨਾਂ ਨੂੰ ਵੱਧ ਤੋਂ ਵੱਧ ਘਟਾਇਆ ਜਾਵੇ। ਐਂਡ ਇਹ ਥੋੜੇ ਬਹੁਤ ਸੋਹਣੇ ਕਮੈਂਟ ਹੈ ਰਚਨਾ ਜੀ। ਇਸ ਦੇ ਨਾਲ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਜਿਹੜੀ ਹਾਈ ਪਾਈਂਗ ਜੌਬਸ ਹੈ ਜਾਂ ਇਕੁਐਲਿਟੀ ਜਿਹੜੀ ਹੈਗੀ ਹੈ, ਉਸ ਦੇ ਨਾਲ ਮੈਂ ਓਵਰ ਦਾ ਈਅਰਸ ਦੇਖਿਆ ਆ ਕਿ ਆਪਣੇ ਗੌਰਮੈਂਟਸ ਜਿਹੜੀਆਂ ਹੈਗੀਆਂ, NDP ਹੋਵੇ ਜਾਂ ਪ੍ਰੀਵੀਅਸ ਗੌਰਮੈਂਟ ਹੋਵੇ, ਜਿਹੜਾ ਆਪਣਾ ਬੋਰਡਸ ਦੀ ਅਪੁਆਇੰਟਮੈਂਟਸ ਹੈ ਉਹਦੇ 'ਚ ਆਪਣੀ ਐਥਨਿਕ ਕਮਿਊਨਿਟੀਜ਼ ਜਿਹੜੀਆਂ ਆ ਉਹਨਾਂ ਦਾ ਰੈਪਰਜੈਂਟੇਸ਼ਨ ਬਹੁਤ ਹੀ ਲੋ ਹੈ।
ਉਸ ਦਾ ਕੀ ਰੀਜ਼ਨ ਹੈ? ਔਰ ਤੁਸੀਂ ਜਦੋਂ ਟੇਬਲ ਤੇ ਬੈਠਦੇ ਆ ਮਿਨਿਸਟਰੀ, ਤੁਸੀਂ ਆਪਸ 'ਚ ਗੱਲ ਕਰਦੇ ਆ ਕਿ ਵੀ ਕੈਨ ਮੇਕ ਸ਼ੋਰ that is represented by all the communities, not only South Asian, Chinese, another all the minority groups, females, youth, ਹਾਂਜੀ। ਸੋ ਉਸ ਦੇ ਬਾਰੇ ਕੋਈ ਕੰਮ ਹੋ ਰਿਹਾ ਕਿ? ਬਿਲਕੁਲ ਜੀ, ਬਿਲਕੁਲ। ਔਰ ਬਹੁਤ ਹੀ ਤੁਸੀਂ ਵਾਜਬ ਸਵਾਲ ਚੁੱਕਿਆ ਕਿ ਬੇਸ਼ੱਕ ਸਾਡੀ ਪਬਲਿਕ ਸਰਵਿਸ ਦੇਖੋ, ਜਿਹੜੇ ਸਾਡੇ ਬਿਊਰੋਕਰੈਟਸ ਹੈਗੇ, ਜਾਂ ਤੁਸੀਂ ਦੇਖੋ ਜਿਹੜੇ ਬੋਰਡ ਅਪਾਇੰਟਮੈਂਟਸ ਹੈਗੀਆਂ, ਤੇ ਜ਼ਿਆਦਾਤਰ ਕੋਨਾ ਲੋਕਾਂ ਨੂੰ ਮਿਲ ਰਹੀਆਂ ਹੈਗੀਆਂ। ਇਟ ਇਜ਼ ਲਾਈਕ ਦ ਮੇਨ ਸਟ੍ਰੀਮ ਕਮਿਊਨਿਟੀ ਦੈਟ ਗੈਟਸ them, ਐਂਡ ਇਟ ਇਜ਼ ਯੂ ਹੈਵ ਟੂ ਟੇਕ ਦ ਐਫਰਟਸ। ਲੋਟ ਆਫ ਟਾਈਮ ਸੀਜੇ ਭਾਜੀ ਕਿ ਜਿਹੜੇ ਆਮ ਬੰਦਾ ਹੈਗਾ, ਕਿਉਂਕਿ ਉਹ ਆਪਣੀ ਰੋਜ਼ੀ ਰੋਟੀ ਦੇ ਮਸਲਿਆਂ ਵਿੱਚ ਇੰਨਾ ਰੁੱਝਿਆ ਹੋਇਆ ਕਿ ਉਹਨੂੰ ਆਪਣੇ ਲਈ ਐਡਵੋਕੇਟ ਕਰਨ ਦਾ ਟਾਈਮ ਨਹੀਂ ਮਿਲਦਾ, ਨਾ ਹੀ ਉਹਦੇ ਕੋਲ ਐਨਰਜੀ ਹੁੰਦੀ। They have the education, but they have so many barriers to apply for that. ਤੇ ਤਾਂ ਹੀ ਕਰਕੇ ਇੱਕ proactive approach ਸਰਕਾਰ ਵੱਲੋਂ, ਜਿਹੜੀ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਅਪਣਾ ਰਹੀ ਹੈ। I don't think ਕਿ we are at the ਬਿਲਕੁਲ ਅਸੀਂ ਉਹ ਅਚੀਵ ਕਰ ਚੁੱਕੇ ਹਾਂ, ਪਰ we are taking the steps whether in the public service to make space for those people ਜਿਹੜੇ ਕਿ under represented ਹੈਗੇ, ਬੇਸ਼ੱਕ ਉਹ ਸਾਊਥ ਏਸ਼ੀਅਨ ਲੋਕ ਹੈ, ਚਾਈਨੀਜ਼ ਲੋਕ ਹੈ, ਮੁਸਲਮਾਨ ਕਮਿਊਨਿਟੀ ਹੈਗੀ ਹੈ, ਜਾਂ ਕਾਲੇ ਸਿਆਹ ਨਸਲ ਦੇ ਲੋਕ ਜਾਂ ਇੰਡੀਜਨਸ ਲੋਕ ਨੇ। We have to make ways for them. Same with the board appointments. Regularly ਇੱਕ ਹੁਣ ਮੀਟਿੰਗਸ ਹੁੰਦੀਆਂ ਹੈਗੀਆਂ ਪਬਲਿਕ ਸਰਵਿਸ ਦੀਆਂ, ਤੇ ਵਿਦ ਦਾ ਮਿਨਿਸਟਰ ਜਿਹੜੇ ਰਿਸਪੌਂਸਿਬਲ ਹੈਗੇ ਆ, ਤੇ ਪੂਰੇ ਪਬਲਿਕ ਸੈਕਟਰ ਵਿੱਚ ਇਹ ਗੱਲ ਬਿਲਕੁਲ ਕਲੀਅਰਲੀ ਦੱਸੀ ਗਈ ਹੈ ਕਿ ਇਨਕਲੂਜਨ ਐਂਡ ਡਾਇਵਰਸਿਟੀ ਉਸ ਲੈਂਸ ਨਾਲ ਸਾਨੂੰ ਦੇਖਣੀ ਪੈਣੀ ਹੈ these appointments as well. So steps have been taken in the last 4 years, but more needs to be done. There's no question about it. ਐਂਡ ਜਿਵੇਂ ਤੁਸੀਂ ਕਿਹਾ ਕਿ ਆਪਾਂ ਨੂੰ ਪਤਾ ਕਿ ਆਪਣੀ ਕਮਿਊਨਿਟੀਜ਼ ਦੇ ਦੂਜੀਆਂ ਕਮਿਊਨਿਟੀਜ਼, there is a lot of certain people, the young people making their meets and they don't have a spare time to serve, but we have a large pool of people, qualified people in all the communities to serve on these boards. And what do you advise them how they should approach? ਨਹੀਂ ਬਿਲਕੁਲ, ਔਰ ਉਹਨਾਂ ਨੂੰ ਤਾਂ ਮੈਂ ਕਹੂੰਗੀ ਕਿ ਜ਼ਰੂਰ ਆਪਣਾ ਧਿਆਨ ਦੇਣ। ਅਸੀਂ ਜਿਵੇਂ ਪੋਲਿਟਿਕਸ ਦੀ ਵੀ ਗੱਲ ਕਰਦੇ ਹੈਗੇ ਆ, ਹਾਊ ਡਿਡ ਵੀ ਗੈਟ ਦਿਸ ਰਿਪਰੈਜ਼ੈਂਟੇਸ਼ਨ? ਅੱਜ ਸਾਡੇ ਇੰਨੇ ਜ਼ਿਆਦਾ ਲੋਕੀ ਸਾਊਥ ਏਸ਼ੀਅਨ ਪੋਲੀਟੀਕਲ ਫੀਲਡ ਵਿੱਚ ਆਏ ਹੈਗੇ ਬਿਕੋਜ਼ ਆਫ ਦ ਇੰਟਰਸਟ ਦੈਟ ਵਾਸ ਟੇਕਨ ਬਾਈ ਦ ਕਮਿਊਨਿਟੀ। our elders paved the way, ਔਰ ਅਸੀਂ ਉਹਨਾਂ ਨੂੰ ਫੋਲੋ ਕੀਤਾ ਹੈਗਾ। I would just encourage everybody who is interested, one thing in politics, get involved. But also, if ਜੇ ਤੁਹਾਨੂੰ ਲੱਗਦਾ ਕਿ ਕਿਸੇ board appointment ਲਈ ਤੁਸੀਂ ਹੱਕਦਾਰ ਹੋ, you have the qualifications to apply. ਉਹਦੀ ਇੱਕ ਵੈਬਸਾਈਟ ਹੈਗੀ ਹੈ ਪਬਲਿਕ ਸਰਵਿਸ ਦੀ, board appointments ਦੀ, ਕਾਫੀ ਉਹਨਾਂ ਨੇ easy to navigate ਕੀਤੀ ਹੈ ਪਹਿਲਾਂ, ਕਿਉਂਕਿ ਉਹ ਬਹੁਤ cumbersome ਸੀਗੀ, ਹੁਣ ਉਹਨਾਂ ਨੇ ਕਾਫੀ easy to navigate ਕੀਤੀ ਹੈ। And then contact your local MLAs. Tell them that you are interested in it, that somebody can put your name forward. किसी बार केवल सानू आप नहीं पता होता कि कोई बंदा interested होएगा, and we as community representatives we are reaching out to people too. जे सानू लगता है कोई position निकल के आई हैगी है, we are reaching out to. But public service भी हुन बहुत ज़्यादा ध्यान दे रही है कि असी ज़्यादा diversity दे लोग hire करिए। ਉਹ ਵੀ ਰੀਚ ਆਊਟ ਕਰ ਰਹੇ ਹੈਗੇ ਆਪਣੇ ਐਮਐਲਏਸ ਨੂੰ, ਐਂਡ ਆਲਸੋ ਟੂ ਦ ਕਮਿਊਨਿਟੀ ਆਰਗੇਨਾਈਜੇਸ਼ਨਸ ਟੂ ਲੁੱਕ ਆਊਟ ਫॉर ਦੋਜ਼ ਪੀਪਲ। ਸੋ ਇਟ ਇਜ਼ ਵਰਕਿੰਗ ਬੋਥ ਵੇਜ਼। ਵੀ ਆਰ ਡੂਇੰਗ ਆਵਰ ਆਊਟਰੀਚ ਐਂਡ ਆਲਸੋ ਦ ਪੀਪਲ ਹੂ ਆਰ ਟੇਕਿੰਗ ਦ ਇੰਟਰਸਟ। ਅਸੀਂ ਚਾਹੁੰਦੇ ਹਾਂ ਕਿ ਉਹ ਵੀ ਆਪਣਾ ਇੰਟਰਸਟ ਸ਼ੋ ਕਰਨ ਤੇ ਲੈਟ ਅਸ ਨੋ ਦੈਟ ਦੇ ਆਰ ਇੰਟਰਸਟਡ। ਇਸ ਦੇ ਨਾਲ ਆਪਣੇ ਰਚਨਾ ਜੀ, ਇੱਕ ਮੇਰੇ ਆਉਣ ਤੋਂ ਪਹਿਲਾਂ ਹੀ ਮੈਨੂੰ ਕਿਸੇ ਦਾ ਫੋਨ ਆਇਆ, ਤੇ ਡਿਊਰਿੰਗ ਲਾਸਟ ਇਲੈਕਸ਼ਨ that there was some controversy that you singled out some media outlets that they were not putting your face or your point of view fairly, ਤੇ ਉਹਦੇ ਨਾਲ ਥੋੜੀ ਜਿਹੀ ਕੰਟਰੋਵਰਸੀ ਕ੍ਰੀਏਟ ਹੋਈ ਸੀ। ਜਿਵੇਂ ਤੁਹਾਡਾ ਰੋਲ ਹੈ ਜਾਂ ਸਾਡਾ ਮੀਡੀਆ ਦਾ ਰੋਲ ਹੈ, we want to make sure ਕਮਿਊਨਿਟੀ ਵਿੱਚ ਬਿਕਰਿੰਗ ਹੋਣ ਦੀ ਬਜਾਏ ਉਹਨੂੰ ਟੁਗੈਦਰ ਲਾਉਣ ਲਈ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਜਸਟ ਟਾਰਗੇਟਿੰਗ ਐਨੀਬਡੀ, and that's part of the racism or women or ethnic, but the media outlets ਜਿਹੜੇ ਆ, they what is your take on that? No, I would say ਕਿ ਜਿਹੜੀ ਮਿਸੋਜਨੀ ਹੈ, ਜਿਹੜਾ ਸੈਕਸਿਜ਼ਮ ਹੈਗਾ, ਇਹ ਔਰਤਾਂ ਸਦੀਆਂ ਤੋਂ ਹੰਡਾਉਂਦੀਆਂ ਰਹੀਆਂ ਔਰ ਅੱਜ ਵੀ ਹੰਡਾ ਰਹੀਆਂ। lot of we say about the society, it has changed a lot, ਪਰ ਜਿਹੜੇ ਜਦ ਅਸੀਂ ਤੁਸੀਂ ਇੰਟਰਸੈਕਸ਼ਨੈਲਿਟੀ ਦੀ ਗੱਲ ਕਰੋਗੇ ਕਿ ਜਿਹੜੀਆਂ ਕਲਰਡ ਔਰਤਾਂ, ਜਿਹੜੀਆਂ ਰੇਸ਼ਲਾਈਜ਼ਡ ਔਰਤਾਂ ਹੈਗੀਆਂ, ਉਹਨਾਂ ਦੀ ਜਿਹੜੀ ਮਿਸੋਜਨੀ ਤੇ ਉਹ ਸੈਕਸਿਜ਼ਮ ਦੀ ਡਿਗਰੀ ਜਿਹੜੀ ਹੈਗੀ ਆ, ਉਹ ਹੋਰ ਵੀ ਜ਼ਿਆਦਾ I would say it is much more grave. We as a society need to grow. ਔਰ ਜਿਹੜਾ
ਮੇਰੇ ਨਾਲ ਜੋ ਵਾਪਰਿਆ, it is not I was advocating just for myself. I'm advocating for my daughter. I'm advocating for my sister. ਜਿਹੜੀਆਂ ਔਰਤਾਂ ਅਜੇ ਵੀ ਪੋਲਿਟਿਕਸ ਇੱਕ ਐਵੇਂ ਦਾ ਫੀਲਡ ਮੰਨਿਆ ਜਾਂਦਾ ਹੈ ਕਿ ਔਰਤਾਂ ਲਈ ਇਟਸ ਨਾਟ ਅ ਟ੍ਰੈਡੀਸ਼ਨਲ ਫੀਲਡ। ਕਈ ਔਰਤਾਂ ਨੂੰ ਰੋਕਿਆ ਜਾਂਦਾ ਹੈ, no, you have to take care of your family, don't go into politics. We have those stereotypes about politics, and then certain examples when they see a woman being targeted just because she's a woman, I don't want them to feel that this is not something they can achieve. मैं ਇੱਥੇ ਤੱਕ ਪਹੁੰਚੀ ਹਾਂ, ਬਹੁਤ ਜ਼ਿਆਦਾ strong allies ਨੇ ਮੇਰੀ ਮਦਦ ਕੀਤੀ ਹੈ ਇੱਥੇ ਤੱਕ ਪਹੁੰਚੀ। ਮੇਰਾ ਡਿਊਟੀ ਹੈ, ਮੇਰਾ ਪ੍ਰਿਵਿਲੇਜ ਹੈ ਜਿਹੜੀ ਮੈਂ ਪੋਜੀਸ਼ਨ ਤੇ ਬੈਠੀ ਹਾਂ। My duty is to make it much more easier for the future generation. कि कल में जो मेरी बच्ची या मेरी कोई भी बहन who is watching this and she is looking to enter into politics, she shouldn't feel the barrier. I need to reduce those barriers for her. और I think this is our fight. और ऐसे सिर्फ एक औरतां दी fight नहीं है, it's like strong allies. जब मैं strong allies की गल करती हूं, कलियां औरतां नहीं सीखियां, बहुत ज्यादा बंदियां ने मेरी मदद की है, मर्दां ने की है, because we have to work together on this to create a society that is equal and just. That's a very good point, ਰਚਨਾ ਜੀ। ਆਪਾਂ ਇਸ ਬਾਰੇ ਇਸ ਮੁੱਦੇ ਤੇ ਫੇਰ ਗੱਲਬਾਤ ਕਰਾਂਗੇ। ਹੁਣ ਆਪਣਾ ਜਿਹੜਾ ਟਾਈਮ ਜਿਹੜਾ ਹੈਗਾ ਲਾਸਟ ਅਬਾਊਟ 1 ਮਿੰਟ, ਯੂਰ ਫਾਈਨਲ ਕਮੈਂਟਸ। ਜੀ ਬਿਲਕੁਲ, ਮੈਨੂੰ ਬਹੁਤ ਇੱਕ ਤਾਂ ਖੁਸ਼ੀ ਹੈ ਤੁਸੀਂ ਮੌਕਾ ਦਿੱਤਾ ਟੂ ਟਾਕ ਅਬਾਊਟ ਦਿਸ ਇਸ਼ੂ। ਰੇਸਿਜ਼ਮ ਬਹੁਤ ਹੀ ਕੰਪਲੈਕਸ ਇਸ਼ੂ ਹੈ ਔਰ ਬਹੁਤ ਇੱਕ ਅਨਕੰਫਰਟੇਬਲ ਇਸ਼ੂ ਹੈ। ਅਸੀਂ ਕੋਈ ਆਪਣੀ ਲਿਵਿੰਗ ਰੂਮ 'ਚ ਬਹਿ ਕੇ ਅਸੀਂ ਟਾਈਮ ਨਹੀਂ ਕੱਢਦੇ ਹੈਗੇ ਕਿ ਅੱਜ ਅਸੀਂ ਰੇਸਿਜ਼ਮ ਤੇ ਗੱਲ ਕਰਾਂਗੇ। ਹਾਲਾਂਕਿ ਸਾਡੇ ਵਿੱਚੋਂ ਸਾਰਿਆਂ ਨੇ ਕਦੀ ਨਾ ਕਦੀ किसी ना किसी मौके ते रेसिज्म का सामना किया और कई बार ਅਸੀਂ रिकॉग्नाइज भी नहीं कर पाए, अपनी आवाज नहीं बुलंद कर सके। ਅੱਜ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਹਾਡੀ ਸਰਕਾਰ ਤੁਹਾਡੇ ਨਾਲ ਖੜੀ ਹੈ। ਵੀ ਆਰ ਪੇਵਿੰਗ ਦੈਟ ਵੇ ਕਿ ਤੁਸੀਂ ਜੇ ਰੇਸਿਜ਼ਮ ਦਾ ਸ਼ਿਕਾਰ ਹੁੰਦੇ ਹੋ ਉਹਨੂੰ ਕਿਵੇਂ ਤੁਹਾਡੇ ਬੈਰੀਅਰਸ ਤੇ ਗੈਪਸ ਨੂੰ ਘਟਾਇਆ ਜਾਵੇ। ਪਰ ਤੁਹਾਡੀ ਐਜ਼ ਅ ਸੋਸਾਇਟੀ ਆਲਸੋ ਆਈ ਵਿਲ ਸੇ ਕਿ ਥੋੜਾ ਯੋਗਦਾਨ ਚਾਹੀਦਾ ਹੈ। when you have the ability to do speak up against racism and create a society ਜਿਹੜੀ ਅਸੀਂ ਮੈਂ ਪਹਿਲਾਂ ਵੀ ਕਿਹਾ ਜਿੱਥੇ ਅਸੀਂ ਸਾਰੇ ਹੱਕਦਾਰ ਹਾਂ। ਥੈਂਕ ਯੂ ਰਚਨਾ ਜੀ, ਐਪਰੀਸ਼ੀਏਟ ਦੈਟ। ਤੁਸੀਂ ਆਲਵੇਜ਼ ਜਦੋਂ ਮੈਂ ਇਨਵਾਈਟ ਕਰਦਾ ਤੁਸੀਂ ਮੇਰੇ ਸ਼ੋਅ ਤੇ ਆਉਂਦੇ ਹੋ। ਫਿਰ ਟਾਈਮ ਦੇਵਾਂਗੇ, ਖੁੱਲਾ ਟਾਈਮ ਥੋੜਾ ਜਿਹਾ ਰੱਖਾਂਗੇ ਤਾਂ ਕਿ ਕਾਲਰਸ ਵੀ ਕਾਲ ਕਰ ਸਕਣ। ਕੀਪ ਅਪ ਦ ਗੁੱਡ ਵਰਕ, ਇਟਸ ਅ ਵੈਰੀ ਇੰਪੋਰਟੈਂਟ ਫਾਈਲ ਐਂਡ ਆਲ ਦ ਬੈਸਟ ਟੂ ਯੂ। ਥੈਂਕ ਯੂ ਵੈਰੀ ਮਚ। ਸੋ ਅਸੀਂ ਕਪਲ ਆਫ ਮਿੰਟਸ ਦਾ ਕਮਰਸ਼ੀਅਲ ਬ੍ਰੇਕ ਲੈ ਕੇ ਸੋ ਸਾਡੇ ਜਿਹੜੇ ਦੂਸਰੇ ਗੈਸਟ ਹੈ ਮੈਂਟਲ ਹੈਲਥ ਮਿਨਿਸਟਰ, ਉਹਨਾਂ ਨੂੰ ਮੈਂ ਇੰਟਰੋਡਿਊਸ ਕਰਾਉਂਗਾ ਤੇ ਥੋੜੀ ਗੱਲਬਾਤ ਕਰਾਂਗੇ ਥੋੜੀ ਕੁ ਦੇਰ। ਪਲੀਜ਼ ਸਟੇ ਟਿਊਨਡ ਇਨ ਐਂਡ ਸਾਡੀਆਂ ਫੋਨ ਲਾਈਨਸ will be open. You can call and talk to the Minister of Mental Health, Ms. Sheila Malcolmson, and ਉਹਨਾਂ ਨਾਲ ਥੋੜੀ ਹੁਣੇ ਹੀ ਗੱਲਬਾਤ ਕਰਾਉਣੀ।